ਵਾਹਿਗੁਰੂ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਪਦ ਪੰਕਜ ਬੰਦਨਾ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਕਨੀ ਦੋਕਨੀ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਗੁਰੂ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼ੁਭ ਮਤ ਪ੍ਰਕਾਸ਼ਕ ਗੁਰੂ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਗੁਰੂ ਹਰਿ ਕ੍ਰਿਸ਼ਨ ਮਨਾਏ ਬੋਰੀ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਗੁਰੂ ਗੋਬਿੰਦ ਸਿੰਘ ਤਰੋਂ ਤਰਾਪੁਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਬੰਦੋਂ ਬਾਰ ਬਾਰ ਜਗਦੀਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸ਼ਾਮ ਦੇ ਦੀਵਾਨਾਂ ਦੇ ਅੰਦਰ ਸ਼੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਜੋ ਕਥਾ ਚੱਲ ਰਹੀ ਹੈ ਉਸ ਨੂੰ ਸ਼ਰਵਣ ਕਰਨ ਦੇ ਲਈ ਇਕੱਤਰ ਹੋਏ। ਮਹਾਰਾਜ ਜੀ ਬਾਣੀ ਦੇ ਵਿੱਚ ਕਹਿੰਦੇ ਨੇ ਰੰਗ ਲਾਗਤ 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 ਹੈ ਭ੍ਰਮ ਭਾਗਤ 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 ਹੈ। ਜਿਹੜੀ ਵੀ ਚੀਜ਼ ਦੀ ਅਸੀਂ ਸੰਗਤ ਕਰਦੇ ਹਾਂ ਉਸ ਦਾ ਰੰਗ ਇੱਕਦਮ ਨਹੀਂ ਲੱਗਦਾ, ਲੱਗਦਿਆਂ ਲੱਗਦਾ ਹੈ। ਕਿਉਂਕਿ ਦੁਨੀਆ ਦੇ ਵਿੱਚ ਕੁਝ ਵੀ ਹੋ ਰਿਹਾ ਇੱਕੋ ਦਮ ਨਹੀਂ ਹੋ ਰਿਹਾ, ਹੁੰਦਿਆਂ ਹੋ ਰਿਹਾ। ਜਿਵੇਂ ਅਸੀਂ ਕਹਿੰਦੇ ਹਾਂ ਫਲਾਣਾ ਬਿਮਾਰ ਹੋ ਗਿਆ, ਨਹੀਂ ਇੱਕਦਮ ਨਹੀਂ ਹੋਇਆ, ਉਹ ਕਈ ਦਿਨਾਂ ਤੋਂ ਚੱਲ ਰਿਹਾ ਸੀ ਸਰੀਰ ਵਿੱਚ ਗੜਬੜ, ਬਿਮਾਰੀ ਅੱਜ ਪ੍ਰਗਟ ਹੋਈ ਹੈ। ਐਵੇਂ ਕਹਿੰਦੇ ਆ ਫਲਾਣਾ ਮਨੁੱਖ ਬੜਾ ਜ਼ਾਲਮ ਬਣ ਗਿਆ, ਉਹ ਇੱਕਦਮ ਨਹੀਂ ਬਣਿਆ, ਬਣਦਾ ਬਣਿਆ। ਕੋਈ ਮਨੁੱਖ ਜ਼ਿੰਦਗੀ ਦੇ ਵਿੱਚ ਮਾੜੇ ਕੰਮਾਂ 'ਚ ਪੈ ਗਿਆ, ਨਸ਼ਿਆਂ ਵਿੱਚ ਪੈ ਗਿਆ, ਇੱਕਦਮ ਨਹੀਂ ਪਿਆ, ਪੈਂਦਿਆਂ ਐਵੇਂ ਸਮਝੋ ਕੋਈ ਮਨੁੱਖ ਭਗਤ ਬਣ ਗਿਆ, ਗੁਰੂ ਦਾ ਪਿਆਰਾ ਬਣ ਗਿਆ, ਇੱਕਦਮ ਨਹੀਂ ਬਣਿਆ, ਬਣਦਾ ਸਹਿਜ ਨਾਲ ਬਣਦਾ ਹੈ। ਹਰ ਦੁਨੀਆ ਦੀ ਹਰ ਚੀਜ਼ ਆਰਾਮ ਨਾਲ ਹੁੰਦੀ ਹੈ, ਆਰਾਮ ਨਾਲ ਵਿਕਾਸ ਹੁੰਦਾ ਹੈ, ਆਰਾਮ ਨਾਲ ਹੀ ਜੀਵਨ ਹੈ ਔਰ ਆਰਾਮ ਨਾਲ ਹੀ ਮੌਤ ਹੈ। ਆਓ ਹੁਣ ਜਿਹੜੀ ਅੱਗੇ ਕਥਾ ਚੱਲਦੀ ਹੈ, ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਹਨ। ਜਿਵੇਂ ਵੀ ਹੁਣ ਅਗਲੀ ਕਥਾ ਚੱਲੇਗੀ, ਬੜੇ ਪ੍ਰੇਮ ਅਦਬ ਸਤਿਕਾਰ ਦੇ ਸਹਿਤ ਆਪਾਂ ਸ਼ਰਵਣ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਦੇ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਮਰਦਾਸ ਹੋਏ ਪਾਸ ਗੁਰ, ਨਿਜ ਅਰਦਾਸ ਪ੍ਰਕਾਸ਼। ਗੁਰੂ ਅੰਗਦ ਸਾਹਿਬ ਜੀ ਆਪ ਜੀ ਨੇ ਕੱਲ ਸ਼ਰਵਣ ਕੀਤਾ ਸੀ, ਮਹਾਰਾਜ ਆਪਣੇ ਸਿੰਘਾਸਨ ਤੋਂ ਚਲੇ ਗਏ ਸਨ। ਗੁਰੂ ਅਮਰਦਾਸ ਜੀ ਨੇ ਬੜੀ ਬੇਨਤੀ ਕੀਤੀਆਂ, ਮਹਾਰਾਜ ਐਵੇਂ ਨਹੀਂ, ਦੁਬਾਰਾ ਆਓ। ਗੁਰੂ ਸਾਹਿਬ ਜੀ ਫਿਰ ਸਿੰਘਾਸਨ ਤੇ ਆ ਗਏ। ਹੁਣ ਜਦੋਂ ਮਹਾਰਾਜ ਸਿੰਘਾਸਨ ਤੇ ਆਏ ਨੇ, ਗੁਰੂ ਅਮਰਦਾਸ ਜੀ ਨੇ ਹੱਥ ਜੋੜੇ ਨੇ, ਹੱਥ ਜੋੜ ਕੇ ਬੇਨਤੀਆਂ ਕਰਨ ਲੱਗੇ ਹਨ। ਅਦਭੁਤ ਲੀਲਾ ਆਪ ਕੀ, ਸਦਾ ਬਿਲਾਸ ਹੁਲਾਸ। ਕਹਿੰਦੇ ਮਹਾਰਾਜ ਤੁਹਾਡੀ ਲੀਲਾ ਸਦਾ ਹੀ ਅਦਭੁਤ ਹੈ। ਅਜਬ ਕੰਮ ਬਾਣੀ ਦੇ ਵਿੱਚ ਆਉਂਦਾ ਹੈ। ਪਰਮਾਤਮਾ ਦੇ ਕੰਮ ਅਜਬ ਨੇ, ਅਚਰਜ ਨੇ ਪਰਮਾਤਮਾ ਦੇ ਕੰਮਾਂ। ਇਹ ਮਹਾਰਾਜ ਤੁਹਾਡੇ ਕੰਮ ਅਚਰਜ ਨੇ, ਅਦਭੁਤ ਹਨ। ਤੁਹਾਡੀ ਲੀਲਾ ਕਿਸੇ ਤੋਂ ਲਖੀ ਨਹੀਂ ਜਾ ਸਕਦੀ। ਔਰ ਤੁਹਾਡੀ ਇਸ ਲੀਲਾ ਨੂੰ ਵੇਖ ਕੇ ਮਨ ਵਿੱਚ ਆਨੰਦ ਉੱਠਦਾ ਹੈ, ਸਤਿਕਾਰ ਪੈਦਾ ਹੁੰਦਾ ਹੈ, ਸ਼ਰਧਾ ਪੈਦਾ ਹੁੰਦੀ ਹੈ, ਵਿਲਾਸ ਪੈਦਾ ਹੁੰਦਾ ਹੈ। ਇਹ ਕਾਰਨ ਕਿਮਰਾਵਰ ਕੀਨਾ, ਸਭ ਕੇ ਮਨ ਅਚਰਜ ਵੱਡ ਦੀਨਾ। ਮਹਾਰਾਜ ਆਪ ਜੀ ਨੇ ਜੋ ਇਸ ਤਰ੍ਹਾਂ ਦਾ ਕੰਮ ਕੀਤਾ ਹੈ, ਭਾਵ ਆਪ ਚਲੇ ਗਏ ਸੋ ਆਪ ਜੀ ਦੇ ਇਸ ਚੀਜ਼ ਨੂੰ ਵੇਖ ਕੇ ਸਾਰੇ ਜਿੰਨੇ ਵੀ ਇੱਥੇ ਸੰਗਤ ਹੈ, ਸਾਰਿਆਂ ਦੇ ਬੜਾ ਚਰਜ ਜਾਗਿਆ ਕਿ ਗੁਰੂ ਜੀ ਹੁਣੀ ਇੱਥੇ ਬੈਠੇ ਸਨ, ਹੁਣੀ ਇੱਥੋਂ ਚਲੇ ਗਏ ਹਨ। ਇਸ ਪ੍ਰਕਾਰ ਨਹਿ ਉਚਿਤ ਤੁਮਾਰੇ, ਇਸ ਪ੍ਰਕਾਰ ਨਹਿ ਉਚਿਤ ਤੁਮਾਰੇ, ਪਰਮ ਧਾਮ ਕੋ ਜਥਾ ਪਧਾਰੇ। ਹੱਥ ਜੋੜ ਕੇ ਕਹਿੰਦੇ ਮਹਾਰਾਜ ਇਸ ਤਰ੍ਹਾਂ ਉਚਿਤ ਨਹੀਂ ਹੈ, ਚੰਗਾ ਨਹੀਂ ਹੈ ਜਿਵੇਂ ਆਪ ਚਲੇ ਗਏ ਸੀ। ਆਪ ਜੀ ਤੇ ਸੱਚਖੰਡ ਨੂੰ ਚਲੇ ਗਏ ਸਰੀਰ ਸਮੇਤ ਹੀ। ਸਰੀਰ ਵੀ ਆਪ ਜੀ ਨੇ ਇੱਥੇ ਨਹੀਂ ਰੱਖਿਆ ਸੀ। ਸ਼੍ਰੀ ਅੰਗਦ ਸੁਣ ਤਪਹਿ ਬਖਾਨਾ, ਸੀਖਨ ਕੇ ਮਨ ਸ਼ੰਕ ਮਹਾਨਾ। ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਭਾਈ ਅਸੀਂ ਐਵੇਂ ਨਹੀਂ ਸੀ ਗਏ, ਇੱਥੇ ਬੜੇ ਸਿੱਖਾਂ ਦੇ ਮਨ ਵਿੱਚ ਸ਼ੰਕਾ ਆ ਗਿਆ ਸੀ ਵੀ ਗੁਰੂ ਅੰਗਦ ਸਾਹਿਬ ਜੀ, ਕਈ ਭਗਤ ਐਸੇ ਹੋਏ ਨੇ ਜਿਨ੍ਹਾਂ ਦਾ ਸਰੀਰ ਹੀ ਨਹੀਂ ਮਿਲਿਆ। ਕਹਿੰਦੇ ਇਸ ਕਰਕੇ ਜਿਵੇਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਦੱਸਦੇ ਨੇ, ਆਪਾਂ ਪਿੱਛੇ ਗੁਰਸੂਰਜ ਪ੍ਰਕਾਸ਼ 'ਚ ਇਹ ਲਿਖਿਆ ਵੀ ਹੈ, ਅੰਤਮ ਸੰਸਕਾਰ ਹੋਣ ਲੱਗਾ, ਉੱਥੇ ਲੜਾਈ ਹੋ ਗਈ ਹਿੰਦੂਆਂ ਤੇ ਮੁਸਲਮਾਨਾਂ ਦੀ। ਉਹ ਕਹਿੰਦੇ ਸਾਡੇ ਪੀਰ ਨੇ, ਉਹ ਕਹਿੰਦੇ ਸਾਡੇ ਦੇਵਤੇ ਹਨ। ਦੋਵਾਂ ਦੇ ਵਿੱਚ ਲੜਾਈ ਹੋ ਗਈ। ਕਹਿੰਦੇ ਫਿਰ ਹੁਣ ਕਿਵੇਂ ਕਰੀਏ? ਮਹਾਰਾਜ ਜੀ ਅੰਦਰ ਜਾ ਕੇ ਪੈ ਗਏ। ਉਹਨਾਂ ਫਿਰ ਜੋ ਜਾ ਕੇ ਚਾਦਰ ਵੇਖੀ, ਚਾਦਰ ਚੁੱਕੀ, ਜਿਹੜੀ ਚਾਦਰ ਮਹਾਰਾਜ ਲੈ ਕੇ ਪਏ ਸਨ, ਚਾਦਰ ਚੁੱਕੀ, ਥੱਲੇ ਇੱਕ ਫੁੱਲ, ਮਹਾਰਾਜ ਹੈ ਹੀ ਨਹੀਂ। ਸਿੱਖਾਂ ਨੇ ਸੋਚਿਆ ਮਹਾਰਾਜ ਸਣ ਦੇ ਹੀ ਗਏ ਨੇ, ਇਹ ਵੀ ਐਵੇਂ ਹੀ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਤਾਂ ਗਏ ਸੀ, ਸਿੱਖਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਸੀ। ਸਹਿਤ ਸਰੀਰ ਬੈਕੁੰਠ ਸਿਧਾਰੇ, ਆਪਸ ਮੈਂ ਮਿਲ ਕਰਤ ਉਚਾਰੇ। ਕਹਿੰਦੇ ਸਾਰੇ ਕਹਿ ਰਹੇ ਸਨ ਆਪ ਦੇ ਵਿੱਚ, ਸਿੱਖਾਂ ਦੀ ਆਪਸ 'ਚ ਗੱਲਬਾਤ ਹੋ ਰਹੀ ਸੀ ਵੀ ਜੇ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਸਰੀਰ ਸਮੇਤ ਗਏ ਨੇ, ਫਿਰ ਇਹਨਾਂ ਨੂੰ ਵੀ ਸਰੀਰ ਦੇ ਸਮੇਤ ਹੀ ਜਾਣਾ ਚਾਹੀਦਾ ਹੈ। ਏਵ ਨ ਕਰਤੇ ਸਰਦਾ ਨਾਸਤ, ਲਗਤ ਦੋਸ ਮਮਦਾਸਨ ਗ੍ਰਾਸਤ। ਮਹਾਰਾਜ ਕਹਿੰਦੇ ਜੇ ਐਵੇਂ ਅਸੀਂ ਨਾ ਕਰਦੇ, ਫਿਰ ਜਿਹੜੇ ਸਾਡੇ ਸੇਵਕ ਨੇ ਇਹਨਾਂ ਵਿਚਾਰਿਆਂ ਸ਼ੰਕੇ ਵਿੱਚ ਹੀ ਪਿਆ ਰਹਿਣਾ ਸੀ, ਗਰਸੇ ਰਹਿਣਾ ਸੀ ਸ਼ੰਕੇ 'ਚ। ਤੇ ਗੁਰੂ ਦਾ ਇਹ ਫਰਜ਼ ਹੁੰਦਾ ਹੈ, ਉਹਦੇ ਸਿੱਖ ਦੇ ਮਨ ਵਿੱਚ ਕੋਈ ਵੀ ਦੁਵਿਧਾ ਹੋਏ ਉਹ ਦੂਰ ਕਰੇ ਜਿਵੇਂ ਮਰਜ਼ੀ, ਉਹ ਗੁਰੂ ਦੀ ਮਰਜ਼ੀ ਹੁੰਦੀ। ਜਿਵੇਂ ਸਾਡੇ ਮਨ ਦੇ ਵਿੱਚ ਕੋਈ ਦੁਵਿਧਾ ਹੈ, ਅਸੀਂ ਜੇ ਅਰਦਾਸ ਕਰਾਂਗੇ ਗੁਰੂ ਜੀ ਉਹ ਦੂਰ ਕਰਦੇ ਨੇ, ਕਿਸੇ ਮਨੁੱਖ ਦੇ ਵਿੱਚੋਂ ਦੀ ਕਰਦੇ ਨੇ, ਕਿਤੇ ਕੋਈ ਲਿਖਿਆ ਮਿਲ ਜਾਏ, ਕਰਦੇ ਜ਼ਰੂਰ ਨੇ। ਇਹ ਤਾਂ ਸੱਚਾਈ ਹੈ, ਕਿਉਂਕਿ ਜਿਹੜਾ ਗੁਰੂ ਹੁੰਦਾ ਹੈ ਉਹਦਾ ਇਹ ਫਰਜ਼ ਬਣ ਜਾਂਦਾ ਹੈ ਆਪਣੇ ਸਿੱਖ ਨੂੰ ਸ਼ੰਕਿਆਂ ਵਿੱਚੋਂ ਕੱਢਣਾ, ਜੇ ਸਿੱਖ ਉਹਨੂੰ ਗੁਰੂ ਨੂੰ ਮੰਨ ਲਵੇ। ਕਹਿੰਦੇ ਜੇ ਅਸੀਂ ਇਵੇਂ ਨਾ ਕਰਦੇ, ਇਹਨਾਂ ਸ਼ੰਕੇ ਵਿੱਚ ਪਿਆ ਰਹਿਣਾ ਸੀ।
ਤੇ ਇਹਦਾ ਦੋਸ਼ ਜਿਹੜਾ ਹੈ ਇਹ ਗੁਰੂ ਨੂੰ ਹੀ ਲੱਗਦਾ ਹੈ। ਸਭ ਹਨ ਮਨ ਸ਼ੰਕਾ ਮਲ ਧਾਰੀ, ਇਹੋ ਕ੍ਰਿਤ ਕਰ ਜਲ ਸਾਥ ਪਖਾਰੀ। ਜਿੰਨੇ ਵੀ ਸਿੱਖ ਨੇ ਸਾਰਿਆਂ ਨੇ ਆਹ ਵਾਲੀ ਜਿਹੜੀ ਮੈਲ ਹੈ, ਸ਼ੰਕੇ ਦੀ ਮੈਲ ਆਪਣੇ ਦਿਲਾਂ ਵਿੱਚ ਪਾਈ ਹੋਈ ਸੀ। ਮਹਾਰਾਜ ਕਹਿੰਦੇ ਇਹ ਅਸੀਂ ਕਿਰਤ ਕੀਤੀ, ਇਹ ਕ੍ਰਿਤ ਕਰਕੇ ਅਸੀਂ ਇਹਨੂੰ ਧੋਇਆ ਹੈ। ਹੁਣ ਸਿੱਖਾਂ ਦੇ ਮਨਾਂ ਦੇ ਵਿੱਚੋਂ ਇਹ ਮੈਲ ਚਲੀ ਗਈ ਹੈ। ਮਮ ਸੰਗਤ ਤੇ ਸਿੱਖ ਸੁਖ ਪਾਵਹਿ, ਬਿਨ ਸਰਦਾ ਸੋ ਹਾਥ ਨ ਆਵਹਿ। ਪਰ ਮਹਾਰਾਜ ਕਹਿੰਦੇ ਜਿੰਨੇ ਵੀ ਸਿੱਖ ਸੁੱਖ ਪਾਉਂਦੇ ਨੇ ਨਾ ਇੱਥੇ ਸੰਗਤ ਚ ਆ ਕੇ, ਉਹੀ ਪਾਉਂਦੇ ਨੇ ਜਿਹੜੇ ਸ਼ਰਧਾ ਧਾਰਦੇ ਨੇ। ਬਿਨਾਂ ਸ਼ਰਧਾ ਤੋਂ ਕੀ ਸੁੱਖ ਹੈ? ਮਨੁੱਖ ਬੜੀ ਵਾਰੀ ਜਾਂਦਾ ਹੈ, ਆਪ ਜੀ ਨੂੰ ਕਈ ਵਾਰੀ ਦੱਸਿਆ, ਗੁਰੂ ਦੇ ਦੁਆਰੇ ਜਾਣਾ ਜਾਚਕ ਬਣ ਕੇ ਇੱਕ ਵੱਖਰੀ ਗੱਲ ਹੈ। ਗੁਰੂ ਦੇ ਦੁਆਰੇ ਜਾਣਾ ਇੱਕ ਯਾਤਰੀ ਬਣ ਕੇ, ਇੱਕ ਟੂਰਿਸਟ ਬਣ ਕੇ, ਇੱਕ ਸੈਲਾਨੀ ਬਣ ਕੇ ਅਲੱਗ ਗੱਲ ਹੈ। ਬਹੁਤੀ ਦੁਨੀਆ ਆਪਾਂ ਕਈ ਵਾਰੀ ਵੇਖਦੇ ਹਾਂ ਹਰਿਮੰਦਰ ਸਾਹਿਬ ਜਾਂਦੀ ਹੈ, ਉੱਥੇ ਇਹ ਸ਼ਰਧਾ ਧਰ ਕੇ ਨਹੀਂ ਜਾਂਦੀ ਉੱਥੋਂ ਮੈਂ ਗੁਰੂ ਤੋਂ ਕੁਝ ਲੈ ਕੇ ਆਉਣਾ ਹੈ, ਨਾਮ ਜਪ ਕੇ ਆਉਣਾ ਹੈ, ਬਾਣੀ ਪੜ੍ਹ ਕੇ ਨਹੀਂ। ਮਨੁੱਖ ਇੱਕ ਸੈਲਾਨੀ ਬਣ ਕੇ ਜਾਂਦਾ ਹੈ। ਜਿਵੇਂ ਬਾਹਰੋਂ ਗੋਰੇ ਆਉਂਦੇ ਨੇ, ਉਹ ਕੀ ਵੇਖਦੇ ਨੇ? ਸਿਰਫ ਹਰਿਮੰਦਰ ਸਾਹਿਬ ਦਾ ਬਾਰੀ ਸੋਨਾ ਲੱਗਿਆ, ਬੜਾ ਵਧੀਆ ਪਲੇਸ ਹੈ, ਐਵੇਂ ਕਹਿੰਦੇ ਨੇ ਵੀ ਇਹ ਧਰਤੀ ਬੜੀ ਸੋਹਣੀ ਹੈ, ਬਾ ਕਮਾਲ ਹੈ। ਪਰ ਗੁਰਬਾਣੀ ਕੀ ਕਹਿ ਰਹੀ ਹੈ, ਕੀ ਚੱਲ ਰਹੀ, ਉਹਨਾਂ ਨੂੰ ਕੋਈ ਮਤਲਬ ਨਹੀਂ ਉਸ ਚੀਜ਼। ਜੇ ਗੁਰੂ ਦੇ ਨਾਲ ਜੁੜਿਆ ਹੋਇਆ ਸਿੱਖ ਵੀ ਇਸ ਪ੍ਰਕਾਰ ਦੀ ਕਿਰਤ ਕਰੇ, ਇਸ ਕਰਕੇ ਗੁਰੂ ਦੇ ਦੁਆਰੇ ਤੇ ਮਨੁੱਖ ਸ਼ਰਧਾ ਧਰ ਕੇ ਆਵੇ। ਜੇ ਸ਼ਰਧਾ ਉਹਦੇ ਵਿੱਚ ਉਪਜ ਜਾਂਦੀ ਹੈ, ਉਹਨੂੰ ਗੁਰੂ ਦੇ ਦੁਆਰੇ ਤੋਂ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਬਿਗਸ ਬਦਨ ਤੇ ਬਹੁਰ ਬਖਾਨੀ, ਸੁਨ ਪੁਰਖਾ ਤੂੰ ਪੂਰਨ ਗਿਆਨੀ। ਮਹਾਰਾਜ ਜੀ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ ਪੁਰਖਾ, ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਨੇ, ਕਹਿੰਦੇ ਤੁਸੀਂ ਤੇ ਪੂਰਨ ਗਿਆਨੀ ਹੋ, ਤੁਹਾਨੂੰ ਤੇ ਹਰ ਚੀਜ਼ ਦਾ ਹੀ ਪਤਾ ਲੱਗ ਚੁੱਕਾ ਹੈ। ਇਹ ਜਗ ਸਲਤਾ ਕੋ ਸੋ ਪਰਵਾਹ, ਚਲਿਓ ਜਾਤ ਪੁਨ ਪੂਰਨ ਆਹਾ। ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਸਿੱਖਾ ਇਹ ਜਗਤ ਤੇ ਨਹਿਰ ਦੇ ਪ੍ਰਵਾਹ ਵਰਗਾ ਹੈ। ਜਿਵੇਂ ਨਹਿਰ ਤੁਰੀ ਜਾਂਦੀ ਹੈ, ਪ੍ਰਵਾਹ ਤੁਰਿਆ ਹੀ ਜਾਂਦਾ ਹੈ, ਇਹ ਜਗਤ ਵੀ ਐਸਾ ਹੀ ਹੈ, ਤੁਰਿਆ ਜਾਂਦਾ ਹੈ। ਚਾਰੇ ਕੁੰਡਾ ਭਾਲੀਆਂ ਰਹਿਣ ਕਥਾਉ ਨਾ ਹੈ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਏ। ਫਰੀਦ ਜੀ ਬੈਠੇ ਨੇ, ਰੁੱਖ ਦੇ ਪੱਤੇ ਡਿੱਗੇ, ਪੁਰਾਣੇ ਪੱਤੇ ਡਿੱਗੇ, ਰੁੱਖ ਤੋਂ ਥੱਲੇ ਡਿੱਗੇ, ਝੜ ਗਏ। ਉਹਨਾਂ ਦੇ ਮਨ ਵਿੱਚ ਵਿਚਾਰ ਆਇਆ, ਨਹੀਂ ਫਰੀਦਾ ਰੁੱਤ ਬਦਲੀ, ਪੱਤੇ ਥੱਲੇ ਡਿੱਗ ਗਏ। ਇਸ ਤਰੀਕੇ ਨਾਲ ਤੇ ਦੁਨੀਆ ਤੇ ਹਰ ਥਾਂ ਹੀ ਐਵੇਂ ਹੋ ਰਿਹਾ ਹੈ। ਰੁੱਤਾਂ ਬਦਲਦੀਆਂ ਨੇ, ਜਵਾਨੀ ਬਦਲਦੀ ਹੈ, ਜਵਾਨੀ ਤੋਂ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਬੁਢੇਪੇ ਤੋਂ ਮੌਤ, ਇੱਕ ਪ੍ਰਵਾਹ ਚੱਲ ਗਿਆ। ਕਹਿੰਦੇ ਚਾਰੇ ਕੁੰਡਾ ਢੁੰਡੀਆਂ ਭਾਲਦੀਆਂ, ਚਾਰੇ ਕੁੰਡਾ ਭਾਲਦੀਆਂ ਰਹਿਣ ਕਥਾਉ ਨਾ ਹੈ। ਸਾਰੀ ਚੀਜ਼ ਨੂੰ ਵੇਖਿਆ, ਘੋਖਿਆ, ਰਹਿਣਾ ਕਿਤੇ ਵੀ ਨਹੀਂ ਹੈ। ਜੀਵਨ ਸਦਾ ਕਿਤੇ ਵੀ ਨਹੀਂ, ਨਾ ਤੇ ਪਸ਼ੂਆਂ ਵਿੱਚ ਹੈ, ਨਾ ਪੰਛੀਆਂ ਵਿੱਚ ਹੈ, ਔਰ ਨਾ ਮਟੀਰੀਅਲ ਜਗਤ ਦੇ ਵਿੱਚ ਹੈ। ਆਪਾਂ ਚੰਦਰਮਾ ਵੇਖਦੇ ਹਾਂ, ਸੂਰਜ ਵੇਖਦੇ ਹਾਂ, ਧਰਤੀ ਵੇਖਦੇ ਹਾਂ, ਇੱਕ ਦਿਨ ਇਹਨਾਂ ਖਤਮ ਹੋ ਜਾਣਾ ਸਾਧ ਸੰਗਤ। ਜੇ ਧਰਤੀ ਖਤਮ ਹੋ ਰਹੀ ਹੈ, ਫਿਰ ਇਹਦੇ ਤੇ ਰਹਿਣ ਵਾਲੇ ਕਿਵੇਂ ਰਹਿਣਗੇ? ਇਹ ਵੀ ਖਤਮ ਹੋ ਰਹੇ ਨੇ। ਇੱਕ ਨਦੀ ਦੇ ਪ੍ਰਵਾਹ ਵਾਂਗੂ ਚੱਲ ਰਹੀ ਹੈ ਦੁਨੀਆ। ਹੁਣ ਨਦੀ ਦੇ ਪ੍ਰਵਾਹ ਵਿੱਚ ਵਹਿ ਰਹੀ ਹੈ। ਹੁਣ ਕੋਈ ਮਨੁੱਖ ਹੁੰਦਾ ਹੈ ਉਹ ਪ੍ਰਵਾਹ ਦੇ ਵਿੱਚ ਜਾਗ ਜਾਏ, ਨਹੀਂ ਬਹੁਤੇ ਮਨੁੱਖਾਂ ਦੀ ਜ਼ਿੰਦਗੀ ਸੁੱਤਿਆਂ ਹੀ ਲੰਘ ਜਾਂਦੀ। ਸੁੱਤਿਆਂ ਗਈ ਵਿਹਾਈ ਦਿਨ ਮਾਰ, ਸਰਫ ਹੈ ਸਦਾ ਸਦਾ, ਸੁੱਤਿਆਂ ਗਈ ਵਿਹਾਈ। ਜ਼ਿੰਦਗੀ ਸੁੱਤਿਆਂ ਹੀ ਲੰਘ ਜਾਂਦੀ ਹੈ। ਔਰ ਕਿਸੇ ਨਾ ਕਿਸੇ ਨੀਂਦ 'ਚ ਮਨੁੱਖ ਸੁੱਤਾ ਹੋਇਆ ਹੈ, ਕੋਈ ਮੋਹ ਦੀ ਨੀਂਦ 'ਚ ਸੁੱਤਾ ਹੈ, ਔਰ ਐਸੀ ਨੀਂਦ ਹੈ, ਕੋਈ ਐਸੇ ਮਟੀਰੀਅਲ ਦੀ ਨੀਂਦ 'ਚ ਸੋ ਗਿਆ ਹੈ, ਜਾਗਣਾ ਹੈ ਹੀ ਨਹੀਂ।
ਜਾਗ ਖੁੱਲਦੀ ਨਹੀਂ। ਜਾਗ ਖੁੱਲੇ ਤਾਂ ਜੇ ਗੁਰੂ ਦੀ ਸੰਗਤ 'ਚ ਆਏ, ਗੁਰੂ ਦੀ ਬਾਣੀ ਪੜ੍ਹੇ, ਗੁਰੂ ਦਾ ਨਾਮ ਜਪੇ, ਜਾਗ ਤੇ ਤਾਂ ਹੀ ਖੁੱਲੇਗੀ। ਜਿਵੇਂ ਕੋਈ ਮਨੁੱਖ ਸੁੱਤਾ ਹੋਏ, ਉਹਨੂੰ ਜਗਾਉਣਾ ਉੱਤੇ ਪਾਣੀ ਸੁੱਟੀਦਾ, ਬਹੁਤਾ ਹੀ ਗਹਿਰਾ ਸੁੱਤਾ ਹੋਏ ਨਾ, ਇਹਦੇ ਪਾਣੀ ਸੁੱਟ ਦੋ ਉੱਤੇ, ਜਾਗ ਜਾਂਦਾ। ਐਵੇਂ ਮਨੁੱਖ ਦਾ ਮਨ ਸੋ ਗਿਆ ਇੱਥੇ ਆ ਕੇ, ਇਹ ਪਿਛਲਾ ਵੀ ਭੁੱਲ ਗਿਆ, ਅਗਲਾ ਵੀ ਭੁੱਲ ਗਿਆ, ਹੁਣ ਇਹਨੂੰ ਕਿਵੇਂ ਜਗਾਏਗਾ? ਬਾਣੀ ਦੇ ਛਿੱਟੇ ਮਾਰਨੇ ਪੈਣਗੇ ਇਹਦੀਆਂ ਅੱਖਾਂ 'ਚ, ਫਿਰ ਇਹ ਉੱਠੇਗਾ। ਇਹ ਗੁਰੂ ਦੇ ਨਾਮ ਦੇ ਛਿੱਟੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਇਹ ਕਰੇਗਾ ਤਾਂ ਇਹ ਜਾਗਦਾ ਹੈ। ਉਸ ਤੋਂ ਪਹਿਲਾਂ ਇਹਦੀ ਜ਼ਿੰਦਗੀ ਸੁੱਤਿਆਂ ਹੀ ਲੰਘ ਜਾਂਦੀ ਹੈ। ਜਲ ਤਰੰਗ ਜਿਉ ਜਲੈ ਸਮਾਵੈ, ਹੈ ਜਲ ਜਲ ਤੇ ਭਿੰਨ ਦਿਖਾਵੈ। ਜਗਤ ਦੇ ਵਿੱਚ ਕਿਵੇਂ ਹੈ? ਮਨੁੱਖ ਪਰਮਾਤਮਾ ਤੋਂ ਅਲੱਗ ਨਹੀਂ ਹੈ। ਪੰਜ ਤੱਤਾਂ ਦਾ ਸਰੀਰ ਬਣਿਆ, ਇਹਨਾਂ ਪੰਜਾਂ ਤੱਤਾਂ ਵਿੱਚ ਹੀ ਮਿਲ ਜਾਣਾ ਹੈ ਸਰੀਰ ਨੇ। ਪਰ ਜੇ ਆਤਮਾ ਵੀ ਕਿਤੇ, ਜੀਵ ਆਤਮਾ ਵੀ ਪਰਮਾਤਮਾ ਵਿੱਚ ਮਿਲ ਜਾਏ ਤੇ ਠੀਕ ਹੈ। ਕਿਵੇਂ? ਜਿਵੇਂ ਜਲ ਦੇ ਵਿੱਚ ਨਾ ਤਰੰਗਾਂ ਉੱਠਦੀਆਂ ਨੇ, ਬਹੁਤ ਸਾਰੀਆਂ ਸਮੁੰਦਰ ਦੇ ਵਿੱਚ ਉੱਠਦੀਆਂ ਨੇ, ਐਵੇਂ ਲੱਗਦਾ ਵੀ ਤਰੰਗਾਂ ਅਲੱਗ ਨੇ, ਜਲ ਅਲੱਗ ਹੈ, ਪਰ ਨਹੀਂ। ਹੁਣ ਤਰੰਗਾਂ ਵੀ ਤੇ ਜਲ ਦੀਆਂ ਹੀ ਬਣੀਆਂ ਨੇ। ਐਵੇਂ ਮਨੁੱਖ ਪਰਮਾਤਮਾ ਤੋਂ ਅਲੱਗ ਨਹੀਂ ਹੈ, ਪਰਮਾਤਮਾ ਵਿੱਚ ਹੀ ਹੈ, ਪਰ ਇਹ ਅਲੱਗ ਨਜ਼ਰ ਆ ਰਿਹਾ ਹੈ। ਸੰਤ ਦ્વੈਤ ਤੇ ਮਨਾਹਿਨ ਮਾਨੇ, ਆਤਮ ਪਰਮਾਤਮ ਇੱਕ ਜਾਣੇ। ਜਿਹੜੇ ਨਾਮ ਜਪ ਲੈਂਦੇ ਨੇ, ਪ੍ਰਭੂ ਨੂੰ ਚੇਤੇ ਕਰਦੇ ਰਹਿੰਦੇ ਨੇ, ਉਹਨੂੰ ਬਾਰ-ਬਾਰ ਉਹਦਾ ਨਾਮ ਲੈਂਦੇ ਰਹਿੰਦੇ ਨੇ। ਨਾਮ ਕਿਸੇ ਵੀ ਤਰੀਕੇ ਨਾਲ ਰਹੇ, ਕੋਈ ਰਾਮ ਰਾਮ ਕਹਿ ਰਿਹਾ, ਮਹਾਰਾਜ ਬਾਣੀ 'ਚ ਕਹਿੰਦੇ ਨੇ, ਕੋਈ ਉਹਨੂੰ ਗੁਸਾਈ ਕਹਿ ਰਿਹਾ, ਕੋਈ ਬੋਲੇ ਰਾਮ ਰਾਮ, ਕੋਈ ਅਲਾਏ, ਕੋਈ ਸੇਵੇ ਗੁਸਾਈਆਂ, ਕੋਈ ਖੁਦਾਏ। ਕੋਈ ਕਿਵੇਂ ਯਾਦ ਕਰ ਰਿਹਾ, ਕੋਈ ਕਿਵੇਂ ਯਾਦ ਕਰੇ। ਜਿਹੜੇ ਤਰੀਕੇ ਨਾਲ ਵੀ ਯਾਦ ਕਰੀ ਜਾ ਰਿਹਾ, ਕਰੀ ਜਾਏ। ਫਿਰ ਜਿਹੜੇ ਮਨੁੱਖ ਇਹਨੂੰ ਯਾਦ ਕਰ ਲੈਂਦੇ ਨੇ, ਇਸ ਅਵਸਥਾ 'ਤੇ ਪਹੁੰਚ ਜਾਂਦੇ ਨੇ, ਉਹਨਾਂ ਵਾਸਤੇ ਆਤਮਾ ਅਤੇ ਪਰਮਾਤਮਾ ਇੱਕ ਹੀ ਹੁੰਦਾ। ਉਹਨਾਂ ਨੂੰ ਸਾਰੀ ਦੁਨੀਆ ਵਿੱਚ ਰੱਬ ਵਿਖਦਾ। ਫਿਰ ਹਰੇਕ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕਹਿੰਦੇ ਹਰੇਕ ਦਿਲਾਂ ਦੇ ਵਿੱਚ ਰੱਬ ਹੈ, ਰੱਬ ਵਸ ਰਿਹਾ ਹੈ, ਰੱਬ ਬੋਲ ਰਿਹਾ ਹੈ। ਰਾਮ ਬਿਨਾ ਕੋਈ ਨਹੀਂ ਬੋਲ ਰਿਹਾ ਇੱਥੇ। ਪਰ ਮਨੁੱਖ ਨੂੰ ਕਹਿੰਦਾ ਮੈਂ ਬੋਲਦਾ, ਮੈਂ ਵਧੀਆ ਬੋਲਦਾ, ਮੇਰੇ ਵਿਚਾਰ ਵਧੀਆ ਨੇ, ਮੇਰੀ ਸੋਚ ਵਧੀਆ, ਉਹਦੀ ਸੋਚ ਮਾੜੀ ਹੈ। ਨਹੀਂ, ਮਹਾਰਾਜ ਕਹਿੰਦੇ ਗੁਣ ਅਵਗੁਣ ਕਾ ਇੱਕੋ ਦਾਤਾ। ਗੁਣ ਵੀ ਉਹ ਰੱਬ ਦੇ ਨੇ, ਅਵਗੁਣ ਵੀ ਉੱਥੋਂ ਹੀ ਆਉਂਦੇ ਨੇ, ਦੂਜਾ ਕਿੱਥੋਂ ਆਉਣਗੇ? ਉਹ ਪਰਮਾਤਮਾ ਤੋਂ ਹੀ ਸਾਰਾ ਕੁਝ ਚੱਲ ਰਿਹਾ। ਜਿਵੇਂ ਭਗਤ ਨਾਮਦੇਵ ਜੀ ਘਰ ਦੇ ਵਿੱਚ ਕੁੱਤਾ ਆਇਆ, ਉਹਨੇ ਆ ਕੇ ਮੱਖਣ 'ਚ ਮੂੰਹ ਪਾ ਲਿਆ, ਥੋੜ੍ਹਾ ਜਿਹਾ ਖਾਧਾ, ਇੰਨੇ 'ਚ ਕੋਈ ਘਰੋਂ ਆ ਗਿਆ, ਭੱਜ ਪਿਆ ਕੁੱਤਾ ਡਰ ਕੇ, ਪਿੱਛੇ ਲੈ ਕੇ ਚੱਲ ਪਏ ਮੱਖਣ। ਕਹਿੰਦੇ ਰੱਬ ਜੀ ਇਹ ਖਾ ਕੇ ਜਾਓ। ਹੁਣ ਜਿਹੜੇ ਦੂਜੇ ਹੋਣਗੇ ਕਹਿਣਗੇ ਪਾਗਲ ਹੋ ਗਿਆ, ਕੁੱਤਿਆਂ ਨੂੰ ਰੱਬ ਬੋਲੀ ਜਾਂਦਾ, ਪਰ ਅਸਲ 'ਚ ਉਹਦੇ ਵਿੱਚੋਂ ਵੀ ਰੱਬ ਨਜ਼ਰ ਆ ਰਿਹਾ ਹੈ। ਜਿਹਨੂੰ ਰੱਬ ਨਜ਼ਰ ਆਉਂਦਾ ਨਾ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਹਰੇਕ ਮਨੁੱਖ 'ਚ ਹੀ ਰੱਬ ਹੈ। ਪਰ ਮੈਂ ਕਹਿੰਦਾ ਜਿੰਨੀ ਨੇੜੇ, ਗੁਰਬਾਣੀ ਕਹਿੰਦੀ ਹੈ ਜਿੰਨੀ ਨੇੜੇ ਸਾਡੇ ਕਰੀਬੀ ਪਰਮਾਤਮਾ, ਇੰਨਾ ਨੇੜੇ ਤੇ ਆਪਣਾ ਪੁੱਤਰ ਵੀ ਹੈ ਨਹੀਂ। ਜਿੰਨੀ ਨੇੜੇ ਮਨੁੱਖ ਦੇ ਪਰਮਾਤਮਾ ਹੈ ਸਾਧ ਸੰਗਤ, ਇੰਨੀ ਨੇੜੇ ਤੇ ਪਰਿਵਾਰ ਵੀ ਨਹੀਂ ਹੈ। ਕਹੋ ਕਬੀਰ ਹਾਥ ਪੈ ਨੇੜੇ, ਸਹਜੇ ਹੋਏ ਸੋਈ। ਹੱਥ ਤੋਂ ਵੀ ਨੇੜੇ, ਪੁੱਤਰ ਤੇ ਥੋੜੀ ਦੂਰ ਹੀ ਬੈਠੇਗਾ, ਹੱਥ ਸਭ ਤੋਂ ਨੇੜੇ ਹੁੰਦਾ ਬੰਦੇ ਨੂੰ। ਸਭ ਤੋਂ ਕਰੀਬੀ ਜੇ ਕੋਈ ਮਨੁੱਖ ਦੇ ਹੈ, ਉਹ ਪਰਮਾਤਮਾ ਹੈ। ਉਹ ਵੱਖਰੀ ਗੱਲ ਹੈ, ਇਹਨੂੰ ਸਮਝ ਨਾ ਪਾਏ, ਸੋਚ ਨਾ ਪਾਏ, ਉਹ ਇਹਦੀ ਆਪਣੀ ਵਿਸ਼ਾ ਹੈ। ਜਿਵੇਂ ਹਰੇਕ ਧਰਤੀ ਦੇ ਵਿੱਚ ਪਾਣੀ ਹੈ, ਪ੍ਰਯਤਨ ਤੋਂ ਬਿਨਾਂ ਪਾਣੀ ਨਹੀਂ ਹੈ। ਪਾਣੀ ਕੱਢਣਾ ਪੈਂਦਾ ਹੈ, ਬੋਰ ਕਰਨਾ ਪੈਂਦਾ ਹੈ ਪਾਣੀ ਜ਼ਰੂਰ ਹੈ। ਹਰੇਕ ਮਨੁੱਖ ਦੇ ਵਿੱਚ ਪਰਮਾਤਮਾ ਹੈ, ਉਹਦਾ ਵਾਸ ਹੈ, ਪਰ ਮਨੁੱਖ ਨੂੰ ਪ੍ਰਯਤਨ ਦੇ ਨਾਲ ਪਰਮਾਤਮਾ ਮਿਲ ਜਾਂਦਾ ਹੈ। ਜਿਮ ਜਲ ਵਿਖੈ ਬੁੱਧ ਬੁੱਧਾ ਹੋਏ, ਜਨਮ ਮਰਨ ਤੇ ਹਨ ਇਮ ਜੋਏ। ਇੱਥੇ ਮਹਾਰਾਜ ਕਹਿੰਦੇ ਨੇ ਸਰੀਰਾਂ ਦਾ ਜਨਮਣਾ ਤੇ ਮਰਨਾ ਇਵੇਂ ਹੈ
ਜਿਵੇਂ ਬੁਲਬੁਲਾ ਹੁੰਦਾ ਹੈ ਨਾ, ਬੁਲਬੁਲਾ ਗੁਰਬਾਣੀ ਵਿੱਚ ਨਾ ਜਨਮ ਮਰਨ ਨੂੰ 3-4 ਉਦਾਹਰਨਾਂ ਲਈਆਂ ਨੇ ਮਹਾਰਾਜ। ਇੱਕ ਤੇ ਦੀਵੇ ਦੀ ਲਈ ਹੈ। ਪੁਰਾਣੇ ਸਮਿਆਂ 'ਚ ਦੀਵੇ ਹੁੰਦੇ ਸੀ ਸਾਧ ਸੰਗਤ, ਉਹਨਾਂ 'ਚ ਤੇਲ ਪੈਂਦਾ ਸੀ ਤੇ ਵੱਟੀਆਂ ਲਾ ਕੇ ਉਹ ਰੋਸ਼ਨੀ ਦਿੰਦੇ ਸੀ। ਜਦੋਂ ਤਾਈਂ ਦੀਵੇ ਦੇ ਵਿੱਚ ਤੇਲ ਹੁੰਦਾ ਸੀ ਉਦੋਂ ਤਾਈਂ ਉਹ ਚਾਨਣ ਦਿੰਦਾ ਸੀ। ਜਿਵੇਂ ਦੀਵੇ ਦੇ ਵਿੱਚੋਂ ਤੇਲ ਖਤਮ ਹੋ ਜਾਂਦਾ ਸੀ, ਰੋਸ਼ਨੀ ਖਤਮ। ਮਹਾਰਾਜ ਬਾਣੀ ਜੀ ਦਾ ਉਦਾਹਰਣ ਲੈਂਦੇ, ਜਬ ਲਗ ਤੇਲ ਦੀਵੈ ਮੁਖ ਬਾਤੀ। ਜਦੋਂ ਤਾਈਂ ਅੰਦਰ ਸਾਹ ਨੇ ਉਦੋਂ ਤਾਈਂ ਗੱਲਾਂ ਨੇ। ਜਿਸ ਦਿਨ ਸਾਹ ਮੁੱਕ ਗਏ, ਜਿਵੇਂ ਦੀਵੇ ਦੇ ਵਿੱਚ ਤੇਲ ਹੈ, ਸਾਡੇ ਸਰੀਰ ਦੇ ਵਿੱਚ ਸਾਡੇ ਸਵਾਸ ਨੇ, ਜਿਸ ਦਿਨ ਇਹ ਮੁੱਕ ਜਾਣਗੇ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ। ਬੜੀ ਦੁਨੀਆ ਬੁਲਾਉਂਦੀ ਹੈ, ਬੋਲ ਪੈ, ਬੋਲਦਾ ਨਹੀਂ। ਕਿੱਥੇ ਗਏ ਨੇ ਉਹ ਬੋਲ? ਉਹ ਇਸ ਦੇਹੀ ਵਿੱਚ ਹੀ ਸੀ, ਕਿੱਥੇ ਗਏ ਨੇ? ਬੋਲਦਾ ਕਿਉਂ ਨਹੀਂ ਹੁਣ? ਨਹੀਂ ਹੈਗੇ, ਚਲੇ ਗਏ। ਐਵੇਂ ਦੀਵੇ ਦੇ ਵਿੱਚੋਂ ਤੇਲ ਖਤਮ ਹੋ ਜਾਏ, ਦੀਵੇ ਦਾ ਚਾਨਣ ਬੰਦ, ਮਨੁੱਖ ਦੇ ਅੰਦਰੋਂ ਸਵਾਸ ਖਤਮ ਹੋ ਜਾਣ, ਅੱਖਾਂ 'ਚੋਂ ਰੋਸ਼ਨੀ ਬਣ ਜਾਏ। ਇਸ ਕਰਕੇ ਸਾਹਿਬ ਜੀ ਕਹਿੰਦੇ ਜਿਵੇਂ ਬੁਲਬੁਲਾ ਉੱਠਦਾ ਹੈ ਨਾ, ਇੱਕ ਉੱਠਿਆ ਖਤਮ ਹੋ ਗਿਆ, ਕਿੰਨੇ ਹੀ ਬੁਲਬੁਲੇ ਉੱਠਦੇ ਨੇ ਦੁਨੀਆ ਦੇ ਵਿੱਚ। ਅੱਜ ਤਾਈਂ ਕਿੰਨੇ ਕੁ ਮਨੁੱਖੀ ਬੁਲਬੁਲੇ ਆਏ ਨੇ, ਇਹਨਾਂ ਦੀ ਕੋਈ ਗਿਣਤੀ ਨਹੀਂ। ਸਾਡੇ ਦੁਨੀਆ 'ਤੇ ਆਉਣ ਤੋਂ ਪਹਿਲਾਂ ਆਪਾਂ ਦੇ ਕਿਸੇ ਨੂੰ 40 ਸਾਲ ਹੋਏ ਨੇ, ਕਿਸੇ ਨੂੰ 50 ਸਾਲ, ਪਰ ਦੁਨੀਆ ਨੂੰ ਕੋਈ 50 ਸਾਲ ਥੋੜ੍ਹੀ ਨਾ ਹੋਏ ਨੇ। ਇੱਥੇ ਤਾਂ ਹਿਸਟਰੀ ਦੀਆਂ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ ਸਕੂਲਾਂ 'ਚ। ਦੁਨੀਆ ਨੂੰ ਤਾਂ ਕੀ ਤਾਂ ਕਿੰਨੇ ਹਜ਼ਾਰਾਂ ਸਾਲ ਹੋ ਗਏ ਨੇ, ਅਤੇ ਸਾਡੇ ਤੋਂ ਪਹਿਲਾਂ ਕਿੰਨੇ ਮਨੁੱਖ ਆਏ, ਜ਼ਿੰਦਗੀ ਗੁਜ਼ਾਰ ਕੇ ਆਪਣੇ ਘਰ ਚਲੇ ਗਏ। ਐਵੇਂ ਬੁਲਬੁਲੇ ਰੋਜ਼ ਪੈਦਾ ਹੁੰਦੇ ਨੇ, ਰੋਜ਼ ਖਤਮ ਵੀ ਹੁੰਦੇ ਨੇ। ਪਾਣੀ ਦੇ ਵਿੱਚ ਰੋਜ਼ ਬੁਲਬੁਲੇ ਪੈਦਾ ਹੁੰਦੇ ਨੇ, ਰੋਜ਼ ਖਤਮ ਹੁੰਦੇ ਨੇ। ਦੁਨੀਆ 'ਤੇ ਰੋਜ਼ ਮਨੁੱਖ ਆਉਂਦੇ ਨੇ, ਰੋਜ਼ ਜਾਂਦੇ ਨੇ। ਰੋਜ਼ ਦਾ ਆਉਣਾ ਜਾਣਾ ਹੈ, ਇਹ ਕੋਈ ਇੱਕ ਦਿਨ ਦਾ ਖੇਡ ਨਹੀਂ ਹੈ। ਇੱਥੇ ਕਿੰਨੇ ਕੁ ਬੁਲਬੁਲੇ ਪੈਦਾ ਹੋ ਰਹੇ ਨੇ ਕੋਈ ਪਤਾ ਨਹੀਂ, ਕਿੰਨੇ ਕੁ ਬੁਲਬੁਲੇ ਜਾ ਰਹੇ ਨੇ, ਕਿੰਨੇ ਕੁ ਆ ਰਹੇ ਨੇ ਕੋਈ ਪਤਾ ਨਹੀਂ। ਅੱਜ ਦੀ ਗਿਣਤੀ ਦੁਨੀਆ ਦੀ 7 ਅਰਬ ਹੈ। ਸਾਨੂੰ ਜਿਉਂਦਿਆਂ ਲੋਕਾਂ ਦੀ ਤੇ ਗਿਣਤੀ ਹੈ, ਕਿੰਨੇ ਕੁ ਇੱਥੋਂ ਚਲੇ ਗਏ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ। ਕੋਈ ਰਜਿਸਟਰ ਹੀ ਨਹੀਂ ਲਾਇਆ ਕਿਸੇ ਨੇ, ਕਿਹਦੀ ਗਿਣਤੀ ਰੱਖਣਗੇ। ਇਸ ਕਰਕੇ ਮਹਾਰਾਜ ਕਹਿੰਦੇ ਦੁਨੀਆ 'ਤੇ ਗੁਰੂ ਅਮਰਦਾਸ ਜੀ, ਕਿਉਂਕਿ ਹੁਣ ਜਾਣ ਲੱਗੇ ਨੇ ਨਾ ਗੁਰੂ ਅੰਗਦ ਸਾਹਿਬ ਜੀ, ਉਹ ਸਿੱਖਾਂ ਨੂੰ ਧਰਵਾਸ ਦੇ ਰਹੇ ਨੇ ਵੀ ਰੋਣਾ ਨਹੀਂ ਹੈ ਮੇਰੇ ਤੋਂ ਪਿੱਛੋਂ। ਧਰਵਾਸ ਕਿਵੇਂ ਦੇ ਰਹੇ ਨੇ ਵੀ ਦੁਨੀਆ 'ਤੇ ਰੋਵੋਗੇ ਕਿਉਂ? ਇਹ ਸਰੀਰ ਸਦਾ ਥੋੜੀ ਨਾ, ਇਹਨੇ ਤੇ ਇੱਕ ਦਿਨ ਜਾਣਾ ਹੀ ਜਾਣਾ ਹੈ। ਪੱਤਰ ਪੁਰਾਤਨ ਤਰ ਕੇ ਗਿਰੈ, ਬੋਰ ਨ ਜੁਰੈ ਨਹੀਂ ਲਗ ਪਰੈ। ਹੁਣ ਅਗਲਾ ਉਦਾਹਰਣ ਹੋਰ ਕਮਾਲ ਦਾ ਦੇ ਰਹੇ ਨੇ ਮਹਾਰਾਜ। ਕਦੇ ਨਾ ਪਤਝੜ ਦੀ ਰੁੱਖ ਆਏ ਨਾ ਸਾਧ ਸੰਗਤ, ਉਦੋਂ ਕਦੇ ਰੁੱਖ ਨੂੰ ਵੇਖਿਓ। ਰੁੱਖਾਂ ਦੇ ਥੱਲੇ ਨਾ ਪਹਿਲਾਂ ਪੁਰਾਣੇ ਸਮੇਂ 'ਚ ਘਰਾਂ 'ਚ ਹੀ ਰੁੱਖ ਹੁੰਦੇ ਸੀ। ਜਦੋਂ ਪਤਝੜ ਦੀ ਰੁੱਤ ਆਉਂਦੀ ਸੀ, ਬੀਬੀਆਂ ਟੋਕਰੇ ਭਰ ਭਰ ਕੇ ਪੁਰਾਣੇ ਪੱਤਿਆਂ ਦੇ ਘਰਾਂ 'ਚੋਂ ਬਾਹਰ ਸੁੱਟਦੀਆਂ ਸੀ। ਉਹ ਪਹਿਲਾਂ ਖੁੱਲ੍ਹੇ ਘਰ ਹੁੰਦੇ ਸੀ, ਦਰਖਤ ਹੁੰਦੇ ਸੀ, ਪਰ ਕੀ ਉਹ ਦੁਬਾਰਾ ਜਿਹੜੇ ਪੱਤੇ ਝੜ ਗਏ ਨੇ ਉਹ ਦੁਬਾਰਾ ਲੱਗ ਜਾਂਦੇ ਨੇ? ਉਹਨੂੰ ਨਹੀਂ ਲੱਗਦੇ। ਜਿਉਂ ਫਲ ਪਾਕੇ ਭੋਵੇਂ ਗਿਰੈ, ਬਹੁਰ ਨਾ ਲਾਗੇ ਡਾਲ। ਫਲ ਪੱਕ ਜਾਏ ਥੱਲੇ ਡਿੱਗ ਜਾਂਦਾ ਹੈ, ਲੱਗ ਸਕਦਾ ਦੁਬਾਰਾ? ਉਹਨੂੰ ਨਹੀਂ ਲੱਗਦਾ। ਹੁਣ ਪੱਤੇ ਡਿੱਗ ਗਏ ਨੇ, ਦੁਬਾਰਾ ਜੁੜਨਗੇ ਨਹੀਂ, ਸਗੋਂ ਪੱਤੇ ਨਵੇਂ ਆ ਜਾਂਦੇ ਨੇ ਰੁੱਖ 'ਤੇ। ਐਵੇਂ ਜ਼ਿੰਦਗੀ ਹੈ। ਇਹ ਜਿਹੜੇ ਜਾਈ ਜਾ ਰਹੇ ਨੇ, ਪੁਰਾਣੇ ਪੱਤੇ ਹੋ ਗਏ ਨੇ, ਰੱਬ ਦੇ ਹੀ ਨੇ ਸਾਰੇ ਜੀਵ, ਉਹਦੇ ਪੱਤੇ ਅਸੀਂ ਸਾਰੇ ਰੱਬ ਰੂਪੀ ਰੁੱਖ ਦੇ ਨਾਲ, ਸਵਾਸਾਂ ਦੇ ਨਾਲ ਜੁੜੇ ਹੋਏ ਹਾਂ। ਜਿਸ ਦਿਨ ਪੁਰਾਣੇ ਹੋ ਜਾਵਾਂਗੇ, ਚਲੇ ਜਾਵਾਂਗੇ, ਹੋਰ ਪੱਤੇ ਆ ਰਹੇ ਨੇ। ਇੱਥੇ ਤਾਂ ਰੋਜ਼ ਹੀ ਨਵੇਂ ਪੱਤੇ ਆਉਂਦੇ ਨੇ, ਪੁਰਾਣੇ ਝੜਦੇ ਨੇ ਰੋਜ਼ ਹੀ। ਜਿਵੇਂ ਰੁੱਖ ਦੇ ਉੱਤੇ ਨਾ ਰੋਜ਼ ਹੀ ਕੋਈ ਨਾ ਕੋਈ ਪੱਤਾ ਟੁੱਟ ਕੇ ਡਿੱਗ ਜਾਂਦਾ, ਐਵੇਂ ਰੋਜ਼ ਹੀ ਰੋਜ਼ ਕੋਈ ਨਾ ਕੋਈ ਮਨੁੱਖ ਚਲਾ ਜਾਂਦਾ, ਕੋਈ ਨਾ ਕੋਈ ਨਵਾਂ ਆ ਜਾਂਦਾ। ਇਹ ਜਗਤ ਸਭ ਆਵਣ ਜਾਣਾ। ਐਸੀ ਖੇਡ ਮਹਾਰਾਜ ਜੀ ਸਿੱਖਾਂ ਨੂੰ ਦੱਸ ਰਹੇ ਹਨ। ਤਥਾ ਸਰੀਰ ਜਰਜਰੀ ਹੋਏ, ਮਰਤ ਨਾ ਏ ਉਪਜੈ ਜਗ ਜੋਏ। ਇਹ ਜਿਹੜਾ ਜਦੋਂ ਸਰੀਰ ਬੁੱਢਾ ਹੋ ਜਾਂਦਾ ਹੈ, ਮਨੁੱਖ ਮਰ ਜਾਂਦਾ ਹੈ। ਕਿਉਂਕਿ ਜਦੋਂ ਬਾਲਪਨ 'ਚ ਸੀ ਨਾ, ਅਸੀਂ ਮਨੁੱਖ ਨੂੰ ਆਸ ਸੀ ਮੈਂ ਵੱਡਾ ਹੋਵਾਂਗਾ। ਲੇਕਿਨ ਖੁਸ਼ੀ ਦੀ ਵੀ ਆਸ ਮਨੁੱਖ ਦੀ ਐਸੀ ਹੁੰਦੀ ਹੈ ਸਾਧ ਸੰਗਤ,
ਜਿੱਦਣ ਬਾਲਪਨ ਸੀ ਨਾ, ਅਸੀਂ ਕਹਿੰਦੇ ਹੁੰਦੇ ਸੀ ਵੱਡੇ ਹੋਵਾਂਗੇ, ਡਾਕਟਰ ਬਣਾਂਗੇ, ਵਕੀਲ ਬਣਾਂਗੇ, ਵੱਡੀਆਂ ਵੱਡੀਆਂ ਪੋਸਟਾਂ 'ਤੇ ਬੜੇ ਖੁਸ਼ ਹੋਵਾਂਗੇ, ਨੌਕਰੀ ਲੱਗਾਂਗੇ। ਜਦੋਂ ਨੌਕਰੀਆਂ 'ਤੇ ਆ ਗਏ, ਹੁਣ ਅੱਗੇ ਜਾ ਕੇ ਚਲੋ ਅੱਗੇ ਜਵਾਕ ਹੋ ਜਾਣਗੇ, ਫਿਰ ਖੁਸ਼ ਹੋਵਾਂਗੇ। ਹੁਣ ਬੱਚੇ ਵੱਡੇ ਹੋ ਗਏ ਨੇ, ਇਹ ਵਿਆਹੇ ਜਾਣਗੇ, ਆਪਾਂ ਵਿਹਲੇ ਹੋ ਜਾਵਾਂਗੇ। ਵੱਡੇ ਵੀ ਹੋ ਗਏ, ਵਿਆਹ ਵੀ ਹੋ ਗਏ, ਵਿਹਲੇ ਅੱਜ ਵੀ ਨਹੀਂ ਹੋਏ। ਜੈਸੀ ਅਵਸਥਾ ਬਚਪਨ ਦੇ ਟਾਈਮ ਸੀ ਨਾ, ਐਸੀ ਅਵਸਥਾ ਅੱਜ ਹੈ। ਉਹੀ ਸੁੱਖ, ਆਸ ਅੱਜ ਵੀ ਨਹੀਂ ਛੱਡੀ ਸੁੱਖ ਦੀ ਦੁਨੀਆ ਤੋਂ। ਆਸ ਅੱਜ ਵੀ ਦੁਨੀਆ ਤੋਂ ਹੈ ਸੁੱਖ ਦੀ ਵੀ, ਕਿਤੇ ਕੋਈ ਦੇ ਦੇਵੇ। ਸਾਰਾ ਦੁੱਖ ਤਾਂ ਹੀ ਹੈ ਆਸ ਦੁਨੀਆ ਤੋਂ। ਇੱਥੇ ਮਹਾਰਾਜ ਕਹਿੰਦੇ ਨੇ ਸਰੀਰ ਜਰਜਰੀ ਹੈ, ਪਹਿਲਾਂ ਬਾਲਪਨ ਹੈ, ਫਿਰ ਉਸ ਤੋਂ ਬਾਅਦ ਜਵਾਨੀ ਹੈ, ਜਵਾਨੀ ਤੋਂ ਬਾਅਦ ਬੁਢੇਪਾ, ਹੁਣ ਬੁਢੇਪੇ ਤੋਂ ਬਾਅਦ ਕੁਛ ਵੀ ਨਹੀਂ। ਕਦੀ ਆਪ ਜੀ ਵੇਖਣਾ, ਕੋਈ ਬਜ਼ੁਰਗ ਹੁੰਦੇ ਨੇ ਨਾ ਜਿਹੜੇ, ਉਹਨਾਂ ਕੋਲ ਬੈਠਣਾ, ਜਿਹੜੇ ਬੱਚੇ ਹੁੰਦੇ ਨੇ ਨਾ, ਉਹ ਗੱਲਾਂ ਕਰਨਗੇ ਜਵਾਨੀ ਦੀਆਂ, ਆਹ ਕਰਾਂਗੇ। ਜਿਹੜੇ ਜਵਾਨ ਨੇ ਉਹ ਥੋੜ੍ਹੇ ਜਿਹੇ ਮੀਡੀਅਮ ਏਜ ਦੀਆਂ, 40-45 ਸਾਲ ਦੀਆਂ। 45 ਸਾਲ ਵਾਲੇ ਗੱਲਾਂ ਕਰਨਗੇ ਬੁਢੇਪੇ ਦੀਆਂ, ਅਤੇ ਬਜ਼ੁਰਗ ਗੱਲਾਂ ਕਰਨਗੇ ਪਿਛਲੀਆਂ। ਅਗਲੀਆਂ ਤਾਂ ਕਰਦੇ ਹੀ ਨਹੀਂ। ਅਗਲੀ ਕਿਉਂ ਨਹੀਂ ਕਰਦੇ? ਅੱਗੋਂ ਨੇੜਾ ਆਇਆ, ਅੱਗੇ ਕੀ ਕਰਨ? ਹੋ ਅਗਲੀ ਕਰਨ ਗੱਲ ਤੇ ਡਰ ਲੱਗਦਾ। ਜੇ ਅਗਲੀ ਗੱਲ ਕਰਨ ਵੀ ਹੁਣ ਅੱਗੇ ਬਾਣੀ ਕਹਿੰਦੀ ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ। ਜਦੋਂ ਸਰੀਰ ਬੁੱਢਾ ਹੋ ਜਾਂਦਾ, ਉਹਦਾ ਹਰੇਕ ਮਨੁੱਖ ਨੂੰ ਪਤਾ ਹੈ ਇਹਦਾ ਅਗਲਾ ਹਸ਼ਰ ਕੀ ਹੈ, ਜਾਣਾ ਹੈ ਬਸ, ਇੱਥੋਂ ਨਹੀਂ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਵੇਂ ਸਰੀਰ ਬੁੱਢਾ ਹੁੰਦਾ ਹੈ, ਮਰ ਜਾਂਦਾ ਹੈ, ਦੁਬਾਰਾ ਮੁੜ ਕੇ ਦੁਨੀਆ ਤੇ ਨਹੀਂ ਆਉਂਦਾ ਹੈ। ਜਗਤ ਅਨਾਦ ਕਾਲ ਕੋ ਐਸੇ, ਚੱਲਿਓ ਆਏ ਜੇ ਪਾਰ ਨ ਕੈਸੇ। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਜਗਤ ਕਈ ਸਾਲ ਵਰਿਆਂ ਤੋਂ ਐਵੇਂ ਹੀ ਤੁਰਿਆ ਆਉਂਦਾ ਹੈ। ਡੂੰਘਾ ਸੋਚ ਕੇ ਵੇਖੀਏ, ਅਸੀਂ ਇਕੱਲਿਆਂ ਥੋੜ੍ਹੀ ਨਾ ਇਕੱਲੇ ਆਏ ਹਾਂ, ਨਾ ਇਕੱਲਿਆਂ ਜਾਣਾ ਹੈ। ਜਿਵੇਂ ਅਸੀਂ ਆਏ ਹਾਂ, ਸਾਡੇ ਵਰਗੇ ਪਹਿਲਾਂ ਕਈ ਸਾਲਾਂ ਤੋਂ ਆ ਹੀ ਰਹੇ ਨੇ ਲੋਕ ਇੱਥੇ, ਔਰ ਇੱਥੋਂ ਜਾ ਵੀ ਰਹੇ ਨੇ। ਉਹ ਵੱਖਰੀ ਗੱਲ ਹੈ। ਕੋਈ ਛੋਟੀ ਉਮਰੇ ਚਲਾ ਜਾਂਦਾ ਹੈ, ਕੋਈ ਵੱਡੀ ਚਲਾ ਜਾਂਦਾ ਹੈ, ਉਹ ਵੱਖਰੀ ਗੱਲ ਹੈ। ਉਹ ਪਰਮੇਸ਼ਰ ਦੀ ਮਰਜ਼ੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅਨੰਤ ਕਾਲ ਤੋਂ ਜਗਤ ਆ ਰਿਹਾ ਹੈ, ਔਰ ਜਗਤ ਜਾਈ ਵੀ ਜਾ ਰਿਹਾ ਹੈ। ਅਬ ਤੁਮ ਸਭ ਨੇ ਮੋਹਿ ਪਿਛਾਰੀ, ਕਰੋ ਨਾ ਸ਼ੋਕ ਮੋਹ ਕੋ ਟਾਰੀ। ਇਸ ਕਰਕੇ ਤੁਸੀਂ ਇੰਨਾ ਕੁਝ ਮਹਾਰਾਜ ਕਹਿੰਦੇ ਤੁਸੀਂ ਸੁਣ ਲਿਆ ਭਾਈ ਸਾਰਿਆਂ ਸਿੱਖਾਂ ਨੇ। ਇਸ ਕਰਕੇ ਅਸੀਂ ਹੁਣ ਜਾਵਾਂਗੇ, ਤੁਸੀਂ ਰੋਣਾ ਨਹੀਂ ਪਿੱਛੋਂ, ਮੋਹ ਨੂੰ ਛੱਡ ਦਿਓ, ਔਰ ਆਪਣੇ ਮਨ ਵਿੱਚ ਇਹ ਪੱਕਾ ਕਰ ਲਓ ਸਰੀਰ ਨੇ ਜਾਣਾ ਹੀ ਜਾਣਾ ਹੈ। ਮੰਗਲ ਨਾਨਾ ਭਾਤ ਕਰੀਜੈ, ਸ਼ਬਦ ਕੀਰਤਨ ਪਠੋ ਸੁਨੀਜੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮੰਗਲ, ਜਦੋਂ ਅਸੀਂ ਜਾਵਾਂਗੇ ਸਗੋਂ ਰੋਣਾ ਨਹੀਂ। ਆਪ ਜੀ ਨੇ ਸ਼ਬਦ ਪੜ੍ਹਨੇ ਨੇ, ਰੱਬ ਦੀ ਉਸਤਤ ਕਰਨੀ ਹੈ, ਉਹਦੀ ਬੰਦਗੀ ਕਰਨੀ ਹੈ, ਰੋਣਾ ਕਿਸੇ ਨੇ ਵੀ ਨਹੀਂ ਹੈ। ਦੋਨੋਂ ਪੁੱਤਰ ਆਏ ਤਿਸ ਕਾਲਾ, ਪਰੇ ਚਰਨ ਅਰਬਿੰਦ ਕਿਰਪਾਲਾ। ਦੋਵੇਂ ਪੁੱਤਰ ਮਹਾਰਾਜ ਜੀ ਦੇ ਚੱਲ ਕੇ ਆਏ, ਗੁਰੂ ਅੰਗਦ ਸਾਹਿਬ ਜੀ ਦੇ, ਆ ਕੇ ਸੋਹਣੇ ਕਮਲਾਂ ਵਰਗੇ ਚਰਨਾਂ ਦੇ ਵਿੱਚ ਲੰਮੇ ਪੈ ਗਏ ਹਨ। ਦਇਆ ਧਾਰ ਵਿਵਹਾਰ ਬਤਾਵੋ, ਜਿਮ ਪੀਛੇ ਹਮ ਕਰਹਿ ਜਨਾਵੋ। ਮਹਾਰਾਜ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਨੂੰ ਕਹਿਣਗੇ ਵੀ ਕਿਰਪਾ ਕਰੋ ਸਾਡੇ ਤੇ, ਸਾਨੂੰ ਇਹ ਦੱਸੋ ਵੀ ਤੁਹਾਡੇ ਜਾਣ ਤੋਂ ਬਾਅਦ ਅਸੀਂ ਕੀ ਕਿਰਿਆ ਕਰਮ ਕਰਨਾ ਹੈ। ਤੁਸੀਂ ਹੁਣ ਚਲੇ ਜਾਣਾ ਹੈ, ਅਸੀਂ ਤੁਹਾਡੇ ਪੁੱਤਰ ਹਾਂ, ਜੋ ਵੀ ਕਿਰਿਆ ਕਰਮ ਕਰਨਾ ਹੈ ਸਾਨੂੰ ਇਹ ਦੱਸ ਦੇਵੋ। ਜਗਤ ਰੀਤ ਅਰ ਕੁਲ ਆਚਾਰ, ਜੈਸੇ ਆਇਓ ਹੋਤ ਆਕਾਰ। ਮਹਾਰਾਜ ਕਹਿੰਦੇ ਨੇ ਜਿਵੇਂ ਕੁਲ ਦਾ ਕਰਤਵ ਪਹਿਲਾਂ ਤੋਂ ਹੁੰਦਾ ਆਇਆ ਹੈ, ਇਵੇਂ ਹੀ ਕੁਲ ਦਾ ਕਰਤਵ ਕਰਨਾ ਹੈ। ਸੁਣ ਸ੍ਰੀ ਸਤਿਗੁਰ ਬਾਤ ਉਚਾਰੇ, ਜਗ ਅਰ ਕੁਲ ਤੇ ਜੇਤਕ ਆਚਾਰੇ। ਮਹਾਰਾਜ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਜਾਤ ਅਰ ਕੁਲ ਦੇ ਜਿੰਨੇ ਵੀ ਕਰਤਵ ਅੱਜ ਤਾਈਂ ਚੱਲੇ ਆਉਂਦੇ ਹਨ, ਹਮਰੇ ਹੇਤ ਨਹੀਂ ਕੁਛ ਕਰਨਾ, ਕੀਰਤ ਪੜ ਸੁਨ ਨਾਮ ਸਿਮਰਨਾ। ਬਸ ਇੱਕ ਕੰਮ ਕਰਿਓ ਸਾਡੇ ਜਾਣ ਤੋਂ ਪਿੱਛੇ,
कीर्तन करियो, नाम जपियो, सतनाम वाहिगुरू का नाम जपियो साध संगत। क्योंकि जिंदगी के उत्ते ना सब तो वड्डा दुख है विछोड़े का। और वो जिहड़ा विछोड़ा है भावें तो जी का होए, कोई भी जी चला जाए, जिहड़ी भी चीज़ दे नाल मोह मनुख का लग्या होया है, जदों भी उहदे तो वो विछड़नी है उन्होंने दुख लगना ही लगना है। कई बार असीं वेखदे हां कोई मनुख जी जान ते नहीं कल्ला रोंदा, जे मनुख का सोने नाल मोह है ना, या मनुख का पैसे नाल मोह है, किसी भी चीज़ नाल हुंदा ही है सारिਆਂ ਦਾ। जे मनुख का मतलब माया नाल मोह हुंदा है सारिਆਂ ਦਾ, 20,000 रुपया किते डिग जाए मन अंदर ही अंदर रोंदा रहिंदा है। और रोंदा पता है क्यों है? कहना मेरा डिग गया है। महाराज बाणी जी कहते मेरा मेरा कृपालीए बन जा रहा मित्रा। माँ बच्चे नूं पालदी है, मोह क्यों लग जाता? मेरा कहती है, मेरा मेरा। हुण असल दे विच जे वो सोचे जिंदगी दे विच मेरा व्यवहार चल रहा है, मैं कुछ नहीं कर रहा, मेरे तो रब करा रहा है, ये मेरा नहीं है, उहदा ही सी। ये डिग गए ने कि तो उन्हें किसी होर नूं देने होणगे, उन्हें जगत चलाउणा है। पर असल दे विच मनुख दी एक प्रॉब्लम है, वो कहता जो कुछ मिल गया है ये जाए ना दूजा आई जाए, पर ऐसा संभव नहीं है। एक ही प्रॉब्लम है मनुख की, वो कहता जो कुछ मैनू मिल गया है ये तो मेरे तो जाए ना, होर बहुत कुछ आ जाए, पर ऐसा नहीं है। बाणी कहती कहो नानक किछ थिर नहीं, ये तो आउण जाण दा काम है, कुछ आएगा भी तो कुछ जाएगा भी, कुछ साडे कोल आउणा भी है, कुछ जाना भी है। ये तो असीं एवें सोच रहे रब्बा मेरे घर बस दिन दिन चढ़ाई रखी, रात होए ही ना, कि रात तो बिना दिन का आनंद आएगा नहीं आना। जे जिंदगी विच कल्ले सुख ही होण दुख ना होण, जिंदगी का आनंद ही खत्म हो जाएगा। आनंद ताई है, दुख आउंदा है फिर सुख आउंदा है। जे गर्मी हुंदी है ना, ठंड का आनंद तां है जे गर्मी माणी हो, जे कल्ला ठंड च ही रहे उन्होंने गर्मी के आनंद का की पता। और जिंदगी च एक किसी नाल नहीं अज तक होया। मनुख दे थोड़ी प्रॉब्लम ये है, ये रब नूं समर्पित नहीं है परमात्मा नूं, तां ही तो कहंदा है मेरा चला गया, साडा कुछ नहीं है। महाराज जिसका तन मन धन सब तिसका। पर एक गल है, जदों इहदे कोल कोई जांदा है ना धन, उस चीज़ दे नाल इन्हें आसां बड़ियां जोड़ियां होंदियां ने। भावें मान लो 20,000 रुपया डिग्या, इन्हें आस जोड़ी होंदी है इस 20,000 का मैं आ कुछ करांगा, बस वो आस ते सट वजदी है, फिर रोंदा है। महाराज कहते आस ना कर, कम कर, जुड़ गया, जे किते लग गया तो कोई नहीं, जे आ गया तो कोई। महाराज कहते आवत हरख ना जावत दुखा, जे आउंदियां दी खुशी होएगी तो जांदियां दा दुख भी होएगा, जे आउंदियां दी खुशी नहीं जांदियां दा दुख भी कोई नहीं। इस करके साडी जिंदगी जो भी घटे ये समझ लेना चाहिए ये रब की रजा है। जो कुछ भी आ रहा है उसकी रजा च आया, तो जो कुछ भी चला गया उसकी रजा च, क्योंकि उन्हें ही देना है मैनू। पर मनुख के नाल दिक्कत ये हो जाती है, जे ये नौकरी कर रहा है, कहता मैं करदा मैं कमा रहा, फिर सारे परिवार नूं भी इस पंगे च पाई रखता है। मैं ना हुंदा मनुख ऐसा कहता है, जे मैं ना हुंदा ये पिंड का भला ही नहीं सी होना। जे कोई एक बारी सरपंच बन जाए, कहते मैं सी, मैं इत्थे आ कराया कहते भाई नहीं तू नहीं करा सकदा, ये तो कराउण वाले ने तेरे विच दी कराया, तू तो एक साधन है, कराउण वाला कराउंदा है, विच कोई होर बैठा है करन वाला, उन्होंने अज तक समझिया नहीं। फिर जिस दिन कोई ये कह दे नूं हुण तो कहता मैं कराया, जिस दिन कोई कह दे ना पिंड दा के तू की कराया, उस दिन ही सट वजेगी, नाल लड़ पेगा, उहदे नाल क्रोध आएगा, मैं इन्ना कुछ कराया। एवें इहदा परिवार दे विच सिस्टम है। परिवार विच भी कहता मैं तुहानूं पालिया, मैं बच्चिआं नूं कहता मैं तुहाडे वास्ते इन्ना कुछ कीता। जी कि उस दिन ही कहते बच्चिओ गुरबाणी कहती है रिजक देने वाला रब है, मैं कोई नहीं रिजक देने वाला, मैं तो विच साधन हाँ, मेरा मुझ में किछ नहीं, जो किछ है सो तेरा। बच्चिओ मैं नहीं तुहानूं पालण वाला, रब पालण वाला है, बस मेरी उन्हें ड्यूटी लाई है तुहानूं पालन दी, मैं ड्यूटी निभा रहा। और कल नूं तुसीं भी नहीं मैनूं पालना,
ਪਾਲਣਾ ਮੇਰੇ ਰੱਬ ਨਹੀਂ ਹੈ, ਡਿਊਟੀ ਕੀ ਪਤਾ ਤੁਹਾਡੀ ਲਾਏ, ਕੀ ਪਤਾ ਕਿਸੇ ਹੋਰ ਦੀ ਲਾ ਦੇ। ਰੱਬ ਨੇ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ। ਇਸ ਕਰਕੇ ਹਰਕ ਤੇ ਸੋਖ ਤੋਂ ਉਹ ਮਨੁੱਖ ਉੱਤੇ ਚਲੇ ਜਾਂਦੇ ਨੇ ਜਿਹੜੇ ਪ੍ਰਭੂ ਦੀ ਬੰਦਗੀ ਕਰਦੇ ਹਨ। ਕਰੋ ਆਨੰਦ ਮੰਗਲਾਚਾਰਾ, ਦੇਹੋ ਸਰੀਰ ਅਗਨ ਸੰਸਕਾਰਾ। ਮਹਾਰਾਜ ਕਹਿੰਦੇ ਜਦੋਂ ਮੈਂ ਜਾਵਾਂਗਾ, ਸਰੀਰ ਦੇ ਕੋਲ ਬੈਠ ਕੇ ਕੀਰਤਨ ਤੁਸੀਂ ਕਰਦੇ ਰਹੋ, ਉਸ ਤੋਂ ਬਾਅਦ ਇਹਨੂੰ ਅੱਗ ਲਗਾ ਕੇ ਜਲਾ ਦੇਣਾ ਹੈ। ਪੁਨ ਪੁੱਤਰਨ ਕੋ ਸੰਗਤ ਸਾਥ, ਕਹਿ ਸ਼੍ਰੀ ਅਮਰ ਗਹਾਇਓ ਹਾਥ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਪੁੱਤਰਾਂ ਦਾ ਹੱਥ ਗੁਰੂ ਅਮਰਦਾਸ ਜੀ ਦੇ ਹੱਥ ਦੇ ਵਿੱਚ ਫੜਾ ਦਿੱਤਾ ਹੈ। ਸਭ ਹਨ ਕੋ ਉਪਦੇਸ਼ ਦ੍ਰਿੜਾਇਓ, ਇਹ ਮੈਂ ਆਪਣੇ ਥਾਨ ਬਿਠਾਇਓ। ਜਿੰਨੇ ਵੀ ਸਿੱਖ ਨੇ ਸਾਰਿਆਂ ਨੂੰ ਉਪਦੇਸ਼ ਕੀਤਾ, ਭਾਈ ਇਹਨਾਂ ਨੂੰ ਮੈਂ ਗੁਰੂ ਅਮਰਦਾਸ ਜੀ ਨੂੰ ਆਪਣੇ ਸਥਾਨ ਤੇ ਬਿਠਾ ਕੇ ਚੱਲਾ ਹਾਂ। ਮੋਹ ਮਹਿ ਇਸ ਮਹਿ ਭੇਦ ਨਾ ਜਾਣੋ, ਜੋ ਜਾਣੈ ਲਹਿ ਖੇਤ ਮਹਾਨੋ। ਮੇਰੇ ਵਿੱਚ ਔਰ ਗੁਰੂ ਅਮਰਦਾਸ ਜੀ 'ਚ ਕੋਈ ਭੇਦ ਨਹੀਂ ਜਾਣਨਾ। ਜਿਹੜਾ ਵੀ ਭੇਦ ਕਰੇਗਾ ਉਹ ਆਪਣੀ ਜ਼ਿੰਦਗੀ ਵਿੱਚ ਦੁੱਖ ਪ੍ਰਾਪਤ ਕਰੇਗਾ। ਭੁਗਤ ਮੁਕਤ ਸਭ ਇਨਕੇ ਹਾਥ, ਜੋ ਸੇਵੈ ਹੋਵੈ ਸੁਖ ਸਾਥ। ਭੁਗਤੀ ਮੁਕਤੀ ਅੱਜ ਤੋਂ ਬਾਅਦ ਇਹਨਾਂ ਦੇ ਹੱਥ ਵਿੱਚ ਹੈ। ਜਿਹੜਾ ਵੀ ਸੇਵਾ ਕਰੇਗਾ ਉਹ ਪ੍ਰਾਪਤ ਕਰ ਲੇਗਾ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਦਿਨ ਗਏ, ਪੰਜ ਭੂਤਕ ਸਰੀਰ ਨੂੰ ਤਿਆਗਿਆ, ਉਹਨਾਂ ਕਿਹਾ ਭਾਈ ਆਪ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਵੇਂ ਅਸੀਂ ਟੇਕਦੇ ਹਾਂ, ਟੇਕ ਕੇ ਕਿਹਾ ਭਾਈ ਅੱਜ ਤੋਂ ਬਾਅਦ ਜੋ ਕੁਝ ਵੀ ਹੈ ਹੁਣ ਇਹਨਾਂ ਦੇ ਹੱਥ ਵਿੱਚ ਹੈ, ਮੇਰੇ ਵਿੱਚ ਨਹੀਂ। ਮੈਂ ਚੱਲਿਆ। ਨਾਂਦੇੜ ਸਾਹਿਬ ਦੀ ਪਾਵਨ ਧਰਤੀ ਤੇ ਇਹ ਬਚਨ ਉਚਾਰੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਗਏ। ਜਿੰਨੇ ਵੀ ਗੁਰੂ ਸਾਹਿਬਾਨ ਹੋਏ, 10 ਗੁਰੂ ਸਾਹਿਬਾਨ ਹੋਏ,